ਵੈਲਕਮ ਟੂ ਦਿਸ ਐਪੀਸੋਡ ਆਫ ਦਾ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਗਿਆਨੀ ਸਵਰਨ ਸਿੰਘ ਜੀ ਨਾਲ, ਜਿਹੜੇ ਕਿ ਹਰ ਹਫਤੇ ਸਾਡੇ ਨਾਲ ਇੱਥੇ ਆ ਕੇ ਆਨੰਦ ਕਾਰਜ ਦੀ ਜਿਹੜੀ ਮਹੱਤਤਾ ਹੈ ਉਸ ਸੰਬੰਧ ਵਿੱਚ ਸਾਨੂੰ ਜੋੜ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਨੰਦ ਕਾਰਜ ਦਾ ਜਿਹੜਾ ਅਸੀਂ ਲਾਂਵ ਕਰਾ ਕੇ ਆਨੰਦ ਕਾਰਜ ਕਰਵਾਉਂਦੇ ਹਾਂ, ਉਸ ਵਿੱਚ ਅਸਲ ਵਿੱਚ ਗੁਰੂ ਸਾਹਿਬ ਸਾਨੂੰ ਕੀ ਦੱਸ ਰਹੇ ਨੇ। ਪਿਛਲੀ ਵਾਰੀ ਅਸੀਂ ਪਹੁੰਚੇ ਸਾਂ ਤੀਸਰੀ ਲਾਂਹ ਦੇ ਵਿੱਚ, ਜਿੱਥੇ ਕਿ ਕਿਹਾ ਗਿਆ ਸੀ ਕਿ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਕਿ ਪਹਿਲਾਂ ਤਾਂ ਅਸੈਪਟ ਕਰਨਾ ਹੈ ਅਤੇ ਉਸ ਤੋਂ ਬਾਅਦ ਅਸੀਂ ਤੀਸਰੀ ਲਾਂਹ 'ਤੇ ਜਦੋਂ ਪਹੁੰਚ ਰਹੇ ਤਾਂ ਡਿਟੈਚਮੈਂਟ ਦੀ ਗੱਲ ਕੀਤੀ ਗਈ ਸੀ। ਇਹ ਕਾਹਦੀ ਡਿਟੈਚਮੈਂਟ ਹੈ, ਕਿਸ ਚੀਜ਼ ਤੋਂ ਅਸੀਂ ਡਿਟੈਚ ਹੋਣਾ ਹੈ, ਆਓ ਇਸ ਸੰਬੰਧ ਵਿੱਚ ਇਸ ਨੂੰ ਸਮਅਪ ਕਰਕੇ ਚੌਥੀ ਲਾਂਹ ਵਿੱਚ ਤੁਹਾਨੂੰ ਲੈ ਕੇ ਚੱਲਾਂਗੇ ਯਾਨੀ ਸਵਰਨ ਸਿੰਘ ਜੀ ਦੇ ਨਾਲ। ਜੈ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ। ਹਾਂਜੀ, ਅਸੀਂ ਸੋਚਦੇ ਹਾਂ ਕਿ ਸਿੱਖ ਜਗਤ ਦੇ ਅੰਦਰ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਸਪਿਰਿਟ ਭਰ ਦਿੱਤੀ ਜਿਹਦੇ ਕਰਕੇ ਅਸੀਂ ਇੰਨੀਆਂ ਤੂਫਾਨਾਂ ਦੇ ਹੋਣ ਦੇ ਬਾਵਜੂਦ ਵੀ, ਇੰਨੀਆਂ ਹਨੇਰੀਆਂ ਹੋਣ ਦੇ ਬਾਵਜੂਦ ਵੀ ਪਤਾ ਸਾਡਾ ਦੁਸ਼ਮਣੀ ਬਣ ਗਿਆ, ਪਤਾ ਨਹੀਂ ਕਾਹਦੇ ਬਣ ਗਿਆ, ਇਹ ਵੀ ਨਹੀਂ ਪਤਾ ਲੱਗਦਾ ਸਾਨੂੰ, ਹਾਲ ਤੱਕ ਵੀ ਸਮਝ ਨਹੀਂ ਆਉਂਦੀ। ਔਰ ਅਸੀਂ ਦੁਨੀਆ ਰੌਲਾ ਪਾਉਂਦੇ ਹਾਂ ਕਿ ਲੀਵ ਅਸ ਅਲੋਨ, ਪਰ ਸਾਨੂੰ ਫਿਰ ਪਤਾ ਨਹੀਂ ਸਾਡੇ ਦੁਆਲੇ ਕਿਉਂ ਹੋਏ ਵਾ। ਕਿਉਂਕਿ ਜਿਹੜੇ ਸਾਡੇ ਸੁਨਹਿਰੀ ਅਸੂਲ ਸਨ ਗੁਰੂ ਨਾਨਕ ਦੇਵ ਜੀ ਨੇ ਬਣਾਏ, ਉਹਨਾਂ ਸੁਨਹਿਰੀ ਅਸੂਲਾਂ ਨੂੰ ਸਾਡੇ ਬਜ਼ੁਰਗਾਂ ਨੇ ਅਪਣਾ ਲਿਆ ਔਰ ਬੜੇ ਖਤਰਨਾਕ ਹਾਲਾਤ ਵਿੱਚ ਬਣਾਇਆ। ਉਹ ਕੋਈ ਸੌਖਾ ਸਮਾਂ ਨਹੀਂ ਸੀ, ਅੱਜ ਨਾਲੋਂ ਵੀ ਜ਼ਿਆਦਾ ਖਤਰਨਾਕ ਸੀ। ਤੇ ਇੱਕ ਇਹ ਵੀ ਇੱਕ ਹਿੱਸਾ ਸੀ ਬ੍ਰਾਹਮਣਵਾਦ ਤੋਂ ਨਿਕਲਣ ਦਾ ਕਿ ਸਿੱਖ ਨੂੰ ਇੱਕ ਐਸੀ ਤਰਬੀਅਤ ਦਿੱਤੀ ਜਾਏ, ਐਸਾ ਗਿਆਨ ਦਿੱਤਾ ਜਾਏ ਕਿ ਉਹ ਆਪਣੇ ਗ੍ਰਸਤੀ ਜੀਵਨ ਵਿੱਚ ਉਹ ਹਰ ਹਾਲਾਤ ਵਿੱਚ ਹਰ ਮੁਸ਼ਕਲ ਦਾ ਸਾਹਮਣਾ ਕਰਦਾ ਹੋਇਆ ਕਾਮਯਾਬ ਹੋਵੇ। ਇੰਟਰਨਲ ਸਟਰੈਂਥ ਹੈਗੀ ਸੀ ਐਂਡ ਹੀ ਮਸਟ ਬਿਕਮ ਅ ਰੋਲ ਮਾਡਲ ਫਾਰ ਦਾ ਰੈਸਟ ਆਫ ਦਾ ਵਰਲਡ। ਰਾਈਟ। ਸੋ ਇਸ ਕਰਕੇ ਗੁਰੂ ਸਾਹਿਬ ਸਾਰੇ ਗ੍ਰਸਤੀ ਹੋਏ ਨੇ ਸਿਵਾਏ 8ਵੇਂ ਪਾਤਸ਼ਾਹ ਤੋਂ, ਜਿਹੜਾ ਕਿ ਐਜ ਛੋਟੀ ਸੀ। ਔਰ ਉਹਨਾਂ ਨੇ ਗ੍ਰਸਤੀ ਜੀਵਨ ਵਿੱਚ ਬੱਚਿਆਂ ਨੂੰ ਵੀ ਪਾਲਿਆ ਜੀ, ਵਾਈਫ ਨਾਲ ਵੀ ਉਹਨਾਂ ਨੇ ਜੋ ਕੁਛ ਜਿਸ ਤਰ੍ਹਾਂ ਹੋਣਾ ਚਾਹੀਦਾ ਐਜ਼ ਏ ਰੋਲ ਮਾਡਲ ਕੀਤਾ। ਔਰ ਸਾਡੀਆਂ ਮਾਤਾਵਾਂ ਜਿਹੜੀਆਂ ਗੁਰੂ ਸਾਹਿਬ ਜੀ ਮਹਿਲ ਸਨ, ਉਹਨਾਂ ਨੇ ਵੀ ਆਪਣੇ ਫਰਜ਼ ਧਾਰਮਿਕ ਤੌਰ ਦੇ ਉੱਤੇ ਬੜੇ ਵਧੀਆ ਨਿਭਾਏ ਔਰ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਦਾ ਸਾਡਾ ਇੱਕ ਜੀਵਨ ਹੋਣਾ ਚਾਹੀਦਾ ਹੈ। ਦੇਖੋ, ਮੈਂ ਹੈਰਾਨ ਹੈ ਕਿ ਉਸ ਜੀਵਨ ਦੇ ਆਧਾਰ ਉੱਤੇ ਜਿਵੇਂ ਜਿਵੇਂ ਸਿੱਖਾਂ ਨੇ ਉਸ ਨੂੰ ਅਪਣਾ ਕੇ ਵਿਚਰੇ ਨੇ, ਉਹ 'ਚ ਸ਼ਹੀਦ ਵੀ ਹੋਏ ਨੇ ਔਰ ਸ਼ਹੀਦਾਂ ਦੀਆਂ ਜਿਹੜੀਆਂ ਬੀਬੀਆਂ ਸੀ ਉਹਨਾਂ ਨੇ ਵੀ ਰੋਲ ਬੜਾ ਵਧੀਆ ਅਪਣਾਇਆ। ਔਰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਦੇ ਘਰੋਂ ਮਾਤਾ ਸਾਹਿਬ ਕੌਰ ਹੋਣੀ, ਉਹ 40 ਸਾਲ ਉਹਨਾਂ ਤੋਂ ਬਾਅਦ ਫਿਰ ਵੀ ਉਹ ਰਹੇ ਸਰੀਰਕ ਤੌਰ 'ਤੇ। ਔਰ ਉਹਨਾਂ ਨੇ ਸਿੱਖ ਕੌਮ ਨੂੰ ਕਿਵੇਂ ਗਾਈਡ ਕੀਤਾ ਵਕਤ ਅਨੁਸਾਰ ਜਦੋਂ ਇੱਕ ਸਮਾਂ ਸੀ। ਸੋ ਮੇਰਾ ਮਤਲਬ ਇੱਕ ਪੱਕਾ ਕੋਈ ਸਾਡੇ ਦਿਮਾਗ ਦੇ ਵਿੱਚ ਭਰ ਦਿੱਤਾ, ਭਾਵੇਂ ਸਾਨੂੰ ਇਹਦੇ 'ਚ ਪੋਲਿਊਸ਼ਨ ਬੜਾ ਸਾਡੇ 'ਚ ਆ ਰਿਹਾ, ਲੇਕਿਨ ਅਸੀਂ ਪੋਲਿਊਸ਼ਨ ਨੂੰ ਵੀ ਦੂਰ ਕਰ ਸਕਦੇ ਹਾਂ ਕਿਉਂਕਿ ਸਾਡੇ ਨੌਜਵਾਨ ਬੱਚੇ ਕਰ ਰਹੇ ਨੇ। ਔਰ ਅੱਜ ਵੀ ਮੈਂ TV ਉੱਤੇ ਦੇਖਿਆ ਇੱਕ ਨਿਊਜ਼ ਆਈ ਸੀ ਕਿ ਇੱਕ ਮਾਡਰਨ ਵਿਆਹ ਉੱਥੇ ਲੀਡਰਾਂ ਦੇ ਸਾਹਮਣੇ ਵੀ ਅੱਜ ਹੋਇਆ ਕਿ ਜਿਹੜਾ 2 ਬੱਚਿਆਂ ਨੇ ਫੈਸਲਾ ਕੀਤਾ ਕਿ ਅਸੀਂ ਬਗੈਰ ਕਿਸੇ ਸ਼ੋਅ ਤੋਂ ਅਸੀਂ ਵਿਆਹ ਕਰਨਾ, ਔਰ ਬਹੁਤ ਵਧੀਆ ਉਹਨਾਂ ਨੇ ਸਾਰੇ ਦੁਨੀਆ ਦੇ ਵਿੱਚ ਦਿਖਾ ਲਿਆ ਉਹਨਾਂ ਦੇ ਕਾਰਜ। ਸੋ ਅਸੀਂ ਜਿਹੜਾ ਤੀਜੀ ਲਾਮ ਦਾ ਜਿਹੜਾ ਸੰਦੇਸ਼ ਹੈਗਾ ਉਹਨੂੰ ਥੋੜਾ ਸਮ ਅਪ ਕਰਦੇ ਹਾਂ। ਉਹਦੇ 'ਚ ਤੀਜੀ ਅਵਸਥਾ ਕਹਿ ਸਕਦੇ ਆ, ਜੇਕਰ ਤੁਸੀਂ ਬੱਚਿਓ ਇਸ ਜੀਵਨ ਨੂੰ ਧਿਆਨਪੂਰਵਕ ਅਤੇ ਗੰਭੀਰਤਾ ਨਾਲ ਬਿਤਾਉਂਦੇ ਹੋ ਤਾਂ ਤੁਸੀਂ ਆਪਣੇ ਮਨ ਵਿੱਚ ਹੀ ਪਰਮ ਆਨੰਦ, ਖੁਸ਼ੀ, ਇਕਸੁਰਤਾ ਅਤੇ ਸ਼ਾਂਤੀ ਉਤਪੰਨ ਕਰ ਸਕਦੇ ਹੋ। ਜੀਵਨ ਦਾ ਅਰਥ ਜਿਹੜਾ ਹੈ ਇਹ ਮੌਜ ਮਸਤੀ ਕਰਨਾ ਨਹੀਂ ਹੈ। ਲਾਈਫ ਇਜ਼ ਨਾਟ ਏ ਫਨ, ਲਾਈਫ ਇਜ਼ ਨਾਟ ਐਜ਼ ਈਜ਼ੀ ਐਜ਼ ਵੀ ਥਿੰਕ। ਪਰ ਅਸੀਂ ਵਿਆਹ ਦੇ ਵੇਲੇ ਬੱਚਿਆਂ ਨੂੰ ਇੱਕ ਮਿਸਗਾਈਡ ਕਰਦੇ ਹਾਂ। ਉਹ ਕੀ? ਬੱਚਿਓ, ਇਹ ਖੁਸ਼ੀਆਂ ਦਾ ਦਿਹਾੜਾ ਹੈ, ਸਾਰੇ ਆ ਕੇ ਕਹੀ ਜਾਂਦੇ ਖੁਸ਼ੀਆਂ ਦਾ ਦਿਹਾੜਾ, ਖੁਸ਼ੀਆਂ ਦਾ ਦਿਹਾੜਾ, ਇਹ ਤੋਂ ਵੱਡੀ ਖੁਸ਼ੀ ਕੋਈ ਨਹੀਂ। ਮਾਪਿਆਂ ਨੂੰ ਬੜੀ ਖੁਸ਼ੀ ਅੱਜ। ਉਹ ਜਦੋਂ ਅਸੀਂ ਉਹਨੂੰ ਚੁੱਕ ਦਿੰਦੇ ਆ ਤੇ ਮਾਪੇ ਵੀ ਟੱਪਣ ਲੱਗ ਪੈਂਦੇ ਆ, ਉਹ ਮੁੰਡੇ ਕੁੜੀਆਂ ਵੀ ਭੰਗੜੇ ਪਾਉਣ ਲੱਗ ਪੈਂਦੇ, ਬੱਲੇ ਬੱਲੇ ਖੁਸ਼ੀ ਬਹੁਤ ਆ ਗਈ, ਢੋਲ ਵੱਜਣ ਲੱਗ ਪੈਂਦੇ। ਲੇਕਿਨ ਦੇਖਿਆ ਜਾਵੇ ਦੂਏ ਦਿਨ ਕੀ ਹੁੰਦਾ, ਤੀਜੇ ਦਿਨ ਕਿਉਂ ਹੁੰਦਾ? ਫਿਰ ਉਹਨਾਂ ਦੇ ਚਿਹਰੇ ਕਿਉਂ ਮੁਰਝਾ ਜਾਂਦੇ ਆ? ਕਿਉਂਕਿ ਪਤਾ ਉਹਨਾਂ ਨੂੰ ਹੋਣ ਲੱਗਾ ਕਿ ਉਹ ਜਿਹੜੇ ਕੱਲ ਸਾਨੂੰ ਦੱਸਣ ਵਾਲੇ ਸੀ ਉਹ ਤਾਂ ਚਲੇ ਗਏ, ਉਹਨਾਂ ਨੂੰ ਤਾਂ ਮੁੜ ਕੇ ਆਉਣਾ ਨਹੀਂ। ਕਿਉਂਕਿ ਸਾਡੇ ਹੁਣ ਜਿਹੜਾ ਇਸ ਆਉਣ ਵਾਲੀ ਜ਼ਿੰਮੇਵਾਰੀ ਦਾ ਮੁਕਾਬਲਾ ਕਰਨਾ ਪੈ ਰਿਹਾ, ਇਹਦੇ ਵਿੱਚ ਸਾਡਾ ਸਾਥੀ ਕੋਈ ਨਹੀਂ ਹੈ। ਇਸ ਕਰਕੇ ਇਹ ਇਨਸਾਨ, ਤੂੰ ਜਦੋਂ ਤੈਨੂੰ ਕੋਈ ਕੀਮਤੀ ਚੀਜ਼ ਮਿਲਦੀ ਆ ਉਹਦੇ ਨਾਲ ਖੇਡਣਾ। ਆਨੰਦ ਕਾਰਜ ਦਾ ਜੀਵਨ, ਤੈਨੂੰ ਇੱਕ ਪਤਨੀ ਮਿਲ ਗਈ, ਬੰਦੇ ਨੂੰ ਇਹੀ ਆ ਵੀ ਚੱਲ ਮੈਨੂੰ ਵਹੁਟੀ ਸੋਹਣੀ ਮਿਲ ਗਈ, ਬਸ ਮੌਜਾਂ ਲੱਗ ਗਈਆਂ, ਮਿਹਨਤ
ਕਿਆ ਹੀ ਬਾਤ ਹੈਗੀ ਆ, ਉਹ ਤਾਂ ਆਕੜਦਾ ਫਿਰਦਾ। ਜੀ। ਲੇਕਿਨ ਉਹਨੂੰ ਇਹ ਨਹੀਂ ਪਤਾ, ਹੋ ਸਕਦਾ ਇਸ ਬਿਊਟੀ ਦੇ ਪਿੱਛੇ ਕੋਈ ਪ੍ਰੋਬਲਮ ਵੀ ਹੋ ਸਕਦੀ ਹੈ। ਜੀ। ਸੋ ਇਸ ਕਰਕੇ ਉਹ ਬੰਦਾ ਵੀ ਦੇਖਦਾ ਕਿ ਮੇਰੀ ਪ੍ਰਾਪਰਟੀ ਆ, ਉਹ ਪ੍ਰਾਪਰਟੀ ਤਰ੍ਹਾਂ ਸਮਝਦਾ। ਲੇਕਿਨ ਦੇਖੋ ਗੁਰੂ ਸਾਹਿਬ ਕਹਿੰਦੇ ਨੇ ਕਿ ਜ਼ਿੰਦਗੀ ਜਿਹੜੀ ਆ ਇਹ ਕੋਈ ਸ਼ੁਗਲ ਮੇਲਾ ਨਹੀਂ, ਜੀ। ਔਰ ਅਤੇ ਨਾ ਹੀ ਇਹ ਫੁੱਲਾਂ ਦੀ ਸੇਜ ਹੈ। ਇਟਸ ਨਾਟ ਬੈਡ ਆਫ ਰੋਜ਼ਸ। ਜੀ। ਪਰ ਇਹ ਸਗੋਂ ਇਹ ਜ਼ਿੰਮੇਵਾਰੀਆਂ ਤੇ ਜੱਦੋ ਜਹਿਦ ਦਾ ਇੱਕ ਬਹੁਤ ਵੱਡਾ ਗੁੱਛਾ ਆ, ਔਰ ਇਸ ਨਾਲ ਖਿਲਵਾੜ ਨਾ ਕਰੋ। ਡੂ ਨਾਟ ਪਲੇ ਵਿਦ ਇਟ। ਜੀ। ਇਹ ਇੱਕ ਖਿਡੌਣਾ ਨਹੀਂ, ਇਹ ਵਿਆਹ ਜੀਵਨ ਕੋਈ ਖਿਡੌਣਾ ਨਹੀਂ। ਐਵੇਂ ਨਾ ਤੁਸੀਂ ਉੱਥੇ ਤੁਰੇ ਫਿਰ ਹਵਾਈ ਨੂੰ ਉੱਡ ਗਏ ਤੇ ਉੱਥੇ ਜਾ ਕੇ ਝਗੜਾ ਹੋ ਗਿਆ ਨਿੱਕੀ ਜਿਹੀ ਗੱਲ ਦੇ ਉੱਤੇ, ਤਾਂ ਦੋਨੋਂ ਜਣੇ ਵੱਖੋ ਵੱਖਰੀ ਏਅਰਲਾਈਨ ਤੇ ਆਉਂਦੇ ਨੇ, ਉੱਥੇ ਹੀ ਡਿਵੋਰਸ ਸ਼ੁਰੂ ਹੋ ਜਾਂਦਾ। ਘਰ ਦੇ ਤੇ ਉਹ ਜਿਹੜੇ ਤੁਸੀਂ ਮੂਵੀਆਂ ਬਣਾਉਂਦੇ ਉਹਦੇ ਵੀ ਪੈਸੇ ਦੇਣ ਨਹੀਂ ਆਉਂਦੇ ਕਈ ਵਾਰੀ, ਇਹੋ ਜਿਹੀ ਹਾਲਾਤ ਹੁੰਦੀ ਆ। ਸੋ ਖੈਰ ਇਹ ਉਤਨੀ ਸੌਖੀ ਨਹੀਂ ਜਿੰਨੀ ਸੌਖੀ ਕਿ ਲੋਕ ਸਮਝਦੇ ਨੇ। ਠੀਕ। ਓਕੇ, ਪਰੰਤੂ ਜੀਵਨ ਜਿਹੜਾ ਕਠਿਨਾਈਆਂ ਅਤੇ ਸੰਘਰਸ਼ ਤੁਹਾਨੂੰ ਚੰਗੇ ਸਬਕ ਅਤੇ ਅਨੁਭਵ ਸਿਖਾਉਣਗੇ, ਜੀ, ਜਿਸ ਨਾਲ ਤੁਸੀਂ ਆਪਣਾ ਚੰਗੀ ਤਰ੍ਹਾਂ ਵਿਕਾਸ ਕਰ ਸਕਦੇ ਹੋ। ਤੁਹਾਡੀ ਯੋਗਤਾ ਦਾ ਕਿਸੇ ਪ੍ਰੀਖਣ ਤੋਂ ਬਗੈਰ ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਆਪਣੇ ਮਾਨਸਿਕ ਕਿਰਦਾਰ ਦਾ ਵਿਕਾਸ ਕਰਨ ਲਈ ਤੁਹਾਨੂੰ ਆਪਣੇ ਜੀਵਨ ਵਿੱਚ ਪਵਿੱਤਰ ਸੰਤਾਂ ਦਾ ਸਾਥ ਕਰਨਾ ਪਵੇਗਾ, ਕਿਉਂਕਿ ਦਾ ਪਰਸਨ ਮਸਟ ਬੀ ਅ ਸਿਵਲਾਈਜ਼ਡ ਪਰਸਨ। ਦੇਖੋ ਵੀਰ ਜੀ, ਸਿਵਲਾਈਜ਼ਡ ਕਿਹਨੂੰ ਕਹਿੰਦੇ ਆ? ਸੱਭਿਅਕ। ਸੱਭਿਅਕ ਦਾ ਮੈਨਾਂ ਕੀ ਆ? ਜਿਹੜਾ ਮਨੁੱਖ ਸਭਾ ਵਿੱਚ ਬੋਲ ਸਕਦਾ ਹੋਵੇ, ਚਾਰ ਬੰਦਿਆਂ 'ਚ ਗੱਲ ਕਰਨ ਵਾਲਾ ਹੋਵੇ। ਕੀ ਜਿਹੜਾ ਜੋੜਾ ਦਾ ਵਿਆਹ ਹੋਇਆ, ਉਸ ਬੀਬੀ ਨੂੰ ਮੈਂ ਪੁੱਛਦਾ, ਤੇਰਾ ਆਦਮੀ 10 ਬੰਦਿਆਂ 'ਚ ਗੱਲ ਕਰ ਸਕਦਾ? ਮੇਰੇ ਖਿਆਲ 'ਚ ਬਹੁਤ ਇਹ ਨਹੀਂ ਕਰ ਸਕਦੇ। ਤਾਂ ਫਿਰ ਉਹਨਾਂ ਵਿੱਚ ਇਹ ਵੀ ਦੇਖਣਾ ਕਿ ਇਹਨੂੰ ਬੋਲਣਾ ਚੰਗਾ ਆਉਂਦਾ। ਰਹਿਣੀ, ਬਹਿਣੀ, ਕਹਿਣੀ ਤੇ ਸਹਿਣੀ, ਚਾਰ ਅਵਸਥਾਵਾਂ ਉਹਦੇ 'ਚ ਹੋਣੀਆਂ ਚਾਹੀਦੀਆਂ। ਸੋ ਇਹ ਜਿਹੜਾ ਤੀਜੀ ਲਾਮ ਦੇ ਵਿੱਚ ਹੈਗਾ ਸਬਕ, ਜਿਹੜਾ ਇਹ ਹਰ ਜੋੜੇ ਨੂੰ ਗੁਰੂ ਦੀ ਪ੍ਰਕਰਮਾ ਲੈਣ ਤੋਂ ਪਹਿਲਾਂ ਸਮਝਣਾ ਚਾਹੀਦਾ, ਔਰ ਪ੍ਰਕਰਮਾ ਲੈਣ ਵੇਲੇ ਪੱਕਾ ਗੁਰੂ ਦੇ ਹਜ਼ੂਰੀ ਵਿੱਚ ਉਹ ਆਪਣਾ ਇੱਕ ਕਿਸਮ ਦਾ ਵਾਅਦਾ ਪੂਰਾ ਕਰਨਾ ਚਾਹੀਦਾ। ਮੁੜ ਕੇ ਆ ਕੇ ਫਿਰ ਗੁਰੂ ਦੇ ਅੱਗੇ ਹੱਥ ਜੋੜ ਕੇ ਖੜੇ ਰਹਿਣਾ ਚਾਹੀਦਾ। ਦੱਸੋ ਪਾਤਸ਼ਾਹ, ਅਸੀਂ ਹੁਣ ਇਹ ਜਿਹੜਾ ਤੁਸੀਂ ਸਾਨੂੰ ਹੁਕਮ ਕੀਤਾ ਸੀ ਉੱਥੇ ਅਸੀਂ ਚੱਲਣ ਦਾ ਤੁਹਾਡੇ ਨਾਲ ਅਸੀਂ ਵਾਅਦਾ ਕੀਤਾ ਹੈ, ਬੜੀ ਤੁਸੀਂ ਸਾਡੇ ਤੇ ਕਿਰਪਾ ਕੀਤੀ, ਸਾਨੂੰ ਅੱਗੇ ਹੁਣ ਕੀ ਹੁਕਮ ਹੈਗਾ? ਉਹ ਫਿਰ ਚੌਥੀ ਲਾਂਹ ਦੇ ਵਿੱਚ ਖੜੇ ਹੋ ਜੀ। ਸੋ ਚੌਥੀ ਲਾਂਹ ਜਿਹੜੀ ਹੈਗੀ ਜੀ, ਉਹਦੇ ਵਿੱਚ ਜਿਸ ਤਰ੍ਹਾਂ ਪਹਿਲੀ ਲਾਂਹ ਵਿੱਚ ਤੁਸੀਂ ਕਿਹਾ, ਤੇ ਚੌਥੀ ਲਾਂਹ 'ਚ ਕੀ ਗੁਰੂ ਸਾਹਿਬ ਐਮਫਸਾਈਜ਼ ਕਰ ਰਹੇ? ਚੌਥੀ ਲਾਂਹ ਵਿੱਚ ਹੈਗਾ ਕਿ ਜੇ ਤੁਸੀਂ 3 ਸਟੈਪ ਜਿਹੜੇ ਮੁਕੰਮਲ ਕਰ ਲਓ ਤੇ ਚੌਥੀ ਲਾਂਹ ਵਿੱਚ ਤੁਹਾਡੀ ਅਚੀਵਮੈਂਟ ਜਿਹੜੀ ਹੈ ਨਾ, ਉਹ ਕਹਿ ਲਓ ਕਿ ਤੁਹਾਡੀ ਪੂਰਤੀ ਕਹਿ ਲਓ, ਜਾਂ ਤੁਸੀਂ ਕਹਿ ਲਓ ਕਿ ਤੁਹਾਡੀ ਕਾਮਯਾਬੀ। ਠੀਕ। ਹੁਣ ਉਹਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਕਿ ਚੌਥੀ ਲਾਮ ਜਿਹੜੀ ਹੈ, ਉਹਦੇ ਵਿੱਚ ਕਹਿੰਦੇ ਨੇ ਹਰ ਚੌਥੜੀ ਲਾਮ ਮਨ ਸਹਿਜ ਪਿਆ। ਮਨ ਸਹਿਜ ਦਾ ਮਤਲਬ ਮਨ ਟਿਕ ਗਿਆ ਜੀ। ਜੇ 3 ਸਟੈਪ ਤੁਸੀਂ ਲੈ ਲਓ, ਮਨ ਟਿਕ ਗਿਆ। ਠੀਕ। ਤੇ ਜਦੋਂ ਮਨ ਤੁਹਾਡਾ ਟਿਕ ਗਿਆ ਤੇ ਮਨ ਤੁਹਾਡਾ ਟਿਕਾਣੇ ਪਹੁੰਚ ਗਿਆ। ਟਿਕਾਣਾ ਕਿਹਨੂੰ ਕਹਿੰਦੇ ਆ? ਜਿੱਥੇ ਬੰਦਾ ਟਿਕ ਜਾਵੇ ਜੀ। ਸਾਡਾ ਟਿਕਾਣਾ ਕੀ ਆ? ਸਾਡਾ ਟਿਕਾਣਾ ਗੁਰੂ ਦਾ ਥਾਂ ਆ, ਸਾਡਾ ਟਿਕਾਣਾ ਰੱਬ ਦਾ ਟਿਕਾਣਾ ਆ। ਜਦੋਂ ਸਾਡਾ ਸਹਿਜ ਅਵਸਥਾ ਵਿੱਚ ਮਨ ਆ ਜਾਂਦਾ ਤੇ ਸਾਡਾ ਮਨ ਟਿਕ ਗਿਆ, ਭਾਵ ਅਸੀਂ ਟਿਕਾਣੇ ਤੇ ਪਹੁੰਚ ਗਏ। ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ, ਕਿ ਸਾਨੂੰ ਪ੍ਰਭੂ ਮਿਲ ਗਿਆ। ਹੁਣ ਪ੍ਰਭੂ ਕਿੱਦਾਂ ਮਿਲ ਗਿਆ? ਫੜ ਕੇ ਥੋੜਾ ਲੈ ਲਿਆ। ਗॉड ਇਜ਼ ਨਾਟ ਮਟੀਰੀਅਲ। ਪ੍ਰਭੂ ਮਿਲ ਗਿਆ ਮਤਲਬ ਸਾਡਾ ਪ੍ਰਭੂ ਨਾਲ ਮਿਲਾਪ ਹੋ ਗਿਆ, ਉਹਦੇ ਗੁਣਾਂ ਵਿੱਚ ਮੈਂ ਸਮਾ ਗਿਆ। ਤੇ ਗੁਰੂ ਜੀ ਕਹਿੰਦੇ ਨੇ ਗੁਰਮੁਖ ਮਿਲਿਆ ਸੁਭਾਏ। ਇੱਥੇ ਗੁਰਮੁਖ ਦੇ ਮੈਨੇ ਗੁਰਮੁਖ ਉਹ ਨਹੀਂ ਕਿ ਗੁਰੂ ਤੇ ਚੱਲਣ ਵਾਲਾ, ਗੁਰਮੁਖ ਦੇ ਮੈਨੇ ਗੁਰੂ ਦੇ ਰਾਹੀਂ। ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਗੁਰੂ ਦੇ ਰਾਹੀਂ ਮੈਨੂੰ ਅਕਾਲ ਪੁਰਖ ਦੇ ਨਾਲ ਯੂਨੀਅਨ ਹੋ ਗਿਆ, ਦੋਨਾਂ ਜਣਿਆਂ ਦਾ। ਵੇਖੋ, ਦੋਨਾਂ ਜੀਆਂ ਨੇ ਪਹਿਲਾਂ ਆਪਸ ਵਿੱਚ ਫਿਜ਼ੀਕਲੀ ਮਿਲਾਪ ਉਹਨਾਂ ਦਾ ਹੋਣਾ ਬੜਾ ਜ਼ਰੂਰੀ ਹੈ, ਪਰ ਉਸ ਤੋਂ ਬਾਅਦ ਦੋਨਾਂ ਦਾ ਮਿਸ਼ਨ ਕੀ ਆ? ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਦੋਨਾਂ ਨੇ ਰੱਬ ਨਾਲ ਇੱਕਮਿਕ ਹੋਣਾ, ਪਰ ਇਹਦੀ ਇੱਕ ਦੂਜੇ ਦੀ ਮਦਦ ਵੀ ਕਰਨੀ ਆ, ਉਹਨੂੰ ਕਹਿੰਦੇ ਪਿਆਰ। ਫਿਰ ਕਹਿੰਦੇ ਨੇ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਤੁਹਾਡੀ ਅਵਸਥਾ ਇੰਨੀ ਅੱਛੀ ਹੈ ਕਿ ਰੱਬ ਦਾ ਨਾਮ ਤੁਹਾਨੂੰ ਸਭ ਤੋਂ ਜ਼ਿਆਦਾ ਮਿੱਠਾ ਲੱਗ ਜਾਏ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ ਬਹੁਤ ਮਿੱਠੇ ਆ, ਪਰ ਸਭੇ ਵਸਤੂ ਮਿੱਠੀਆਂ ਮਾਂ, ਪਰ ਰੱਬ ਨਾ ਪੂਜਣ ਤੁਧ। ਰੱਬ ਵਰਗਾ ਮਿੱਠਾ ਕੋਈ ਨਹੀਂ। ਹੁਣ ਦੇਖੋ ਅੱਗੇ ਕਹਿੰਦੇ ਨੇ ਹਰ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਆਂਦਨ ਹਰ ਲਿਵ ਲਾਈ। ਜਦੋਂ ਰੱਬ ਦਾ ਨਾਮ ਤੁਹਾਨੂੰ ਮਿੱਠਾ ਲੱਗਿਆ ਗ੍ਰਸਤ ਵਿੱਚ ਰਹਿ ਕੇ, ਤਾਂ ਫਿਰ ਦਿਨ ਰਾਤ ਤੁਹਾਡੀ ਲਿਵ ਉਸੇ ਨਾਲ ਹੀ
ਜੁੜੀ ਰਹੇਗੀ। ਕਿਉਂਕਿ ਮਾਲਕ ਕਿੰਨਾ ਰਸੀਲਾ ਜਾਪਦਾ ਹੈ। ਮੈਂ ਪਰਮਾਤਮਾ ਨਾਲ ਖੁਸ਼ ਹੋ ਰਹੀ ਹਾਂ, ਰਾਤ ਦਿਨ ਮੈਂ ਆਪਣੇ ਚੇਤਨਤਾ ਨੂੰ ਮਾਲਕ ਤੇ ਟਿਕਾਉਂਦਾ ਹਾਂ। ਹੁਣ ਮਨ ਚਿੰਦਿਆ ਫਲ ਪਾਇਆ ਸਾਮੀ, ਹਰ ਨਾਮ ਵਜੀ ਵਧਾਈ। ਜਿਹੜਾ ਮੇਰਾ ਮਨ ਦਾ ਡਿਜ਼ਾਇਰ ਸੀ ਉਹ ਪ੍ਰਾਪਤ ਹੋ ਗਈ। ਭਾਵ ਕਿ ਦੋਨਾਂ ਦੀ ਅਵਸਥਾ ਇੰਨੀ ਉੱਚੀ ਹੋ ਗਈ ਕਿ ਉਹ ਰੱਬ ਦੇ ਗੁਣਾਂ ਦੇ ਵਿੱਚ ਸਮਾ ਕੇ ਉਹ ਉਹਦੇ ਵਰਗੇ ਬਣ ਗਏ ਔਰ ਸੱਚੀ ਸੁੱਚੀ ਵਧਾਈ ਉਹਨਾਂ ਨੂੰ ਮਿਲੀ। ਸੋ ਇਸ ਕਰਕੇ ਹਰ ਪ੍ਰਭ ਠਾਕਰ ਕਾਜ ਰਚਾਇਆ, ਧਨ ਹਿਰਦੇ ਨਾਮ ਵਿਗਾਸੇ। ਉਸ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਦਾ ਕਾਰਜ ਰਚਾਇਆ, ਸਾਰੀ ਸ੍ਰਿਸ਼ਟੀ ਦੀ ਰਚਨਾ ਉਸ ਦੀ ਕੀਤੀ ਹੋਈ ਹੈ। ਐਂਡ ਆਈ ਐਮ ਦਾ ਪਾਰਟ ਆਫ ਦੈਟ ਕ੍ਰੀਏਸ਼ਨ। ਵੀ ਆਰ ਆਲ ਪਾਰਟ ਆਫ ਦੈਟ ਕ੍ਰੀਏਸ਼ਨ ਐਂਡ ਗੋਡ ਹੈਜ਼ ਗਿਵਨ ਅਸ ਦਿਸ ਲਾਈਫ ਫॉर ਸਰਟਨ ਪੀਰੀਅਡ ਆਫ ਟਾਈਮ। ਔਰ ਉਹਦੇ ਵਿੱਚ ਆ ਕੇ ਹੇ ਰੱਬਾ ਸਾਡੇ ਲਈ ਇੱਕ ਚੰਗਾ ਮੌਕਾ ਮਿਲਿਆ ਕਿ ਸਾਨੂੰ ਤੇਰੀ ਕਿਰਪਾ ਦੇ ਨਾਲ ਇਹ ਰਚੇ ਹੋਏ ਕਾਰਜ ਵਿੱਚ ਅੰਦਰ ਮੇਰੇ ਉਸ ਤੇਰਾ ਨਾਮ ਜਿਹੜਾ ਸੀ ਉਹ ਧੁਨ ਦੀ ਤਰ੍ਹਾਂ ਵੱਜਣ ਲੱਗ ਪਿਆ, ਵਿਗਾਸ ਹੋ ਗਿਆ। ਜਾਂ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਬਨਾਸੀ। ਭਾਵ ਕਿ ਮੇਰੀ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੈ, ਅਚੀਵਮੈਂਟ ਹੈਗੀ ਆ, ਉਹ ਰੱਬ ਤੱਕ ਪਹੁੰਚਣ ਦੀ। ਭਾਵ ਕਿ ਰੱਬ ਨਾਲ ਇੱਕਮਿਕ ਹੋਣ ਦੀ। ਭਾਵ ਕਿ ਉਹਨਾਂ ਦੇ ਗੁਣ ਗਾ ਕੇ ਗੁਣਾਂ ਵਿੱਚ ਹੀ ਸਮਾ ਜਾਣਾ। ਇਹ ਜੇ ਦੋਨੇ ਜੋੜਾ ਦੋਨੇ ਹੀ ਰੱਬ ਨਾਲ ਫਿਰ ਅੰਤ ਵੇਲੇ ਸਮਾਉਣ ਵਾਸਤੇ ਉਪਰਾਲਾ ਕਰਦੇ ਹੋਣ ਔਰ ਉਹਦੇ ਨਾਲ ਇੱਕਮਿਕ ਹੋ ਜਾਣ, ਤਾਂ ਫਿਰ ਮੇਰੇ ਖਿਆਲ 'ਚ ਬੰਦੇ ਵਿੱਚ ਤੇ ਇਸਤਰੀ ਵਿੱਚ ਕੋਈ ਭੇਨ ਭੇਤ ਨਹੀਂ ਰਹਿ ਜਾਂਦਾ। ਬਹੁਤ ਖੂਬ। ਇਹਦੇ ਬਾਰੇ ਹੋਰ ਵਿਸਥਾਰ ਵਿੱਚ ਗੱਲ ਕਰਨੀ, ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਕਿਉਂਕਿ ਇਹਦਾ ਮੂਲ ਸਿਧਾਂਤ ਜਿਹੜੀ ਤੁਸੀਂ ਗੱਲ ਕੀਤੀ ਕਿ ਚੌਥੀ ਲਾਚ ਗੁਰੂ ਸਾਹਿਬ ਕਿਸ ਚੀਜ਼ ਨਾਲ ਜੋੜਿਆ, ਤੇ ਫਿਰ ਸਮ ਅਪ ਕਰਾਂਗੇ ਸਾਰੇ ਚਾਰਾਂ ਲਾਵਾਂ ਨੂੰ, ਕਿਉਂਕਿ ਅੱਜ ਜ਼ਰੂਰਤ ਹੈ ਕਿ ਇਹ ਬਾਰ-ਬਾਰ ਰਿਪੀਟ ਕੀਤੀਆਂ ਜਾਣ ਆਪਣੇ ਨੌਜਵਾਨ ਬੱਚਿਆਂ ਨੂੰ, ਜਿਨ੍ਹਾਂ ਦੇ ਆਨੰਦ ਕਾਰਜ ਹੋਣੇ ਨੂੰ ਪਤਾ ਹੋਵੇ, ਪਹਿਲਾਂ ਵੀ ਉਸ ਸਮੇਂ ਵੀ ਹੋਵੇ ਤੇ ਬਾਅਦ ਵਿੱਚ ਵੀ ਇਹ ਦ੍ਰਿੜਾਇਆ ਜਾਏ, ਤਾਂ ਉਸ ਨਾਲ ਜੀਵਨ ਜਿਹੜਾ ਬੜਾ ਸੁਖਾਲਾ ਹੋ ਜਾਏਗਾ। ਇਸ ਬ੍ਰੇਕ ਤੋਂ ਬਾਅਦ ਹੋਰ ਗੱਲਬਾਤ ਕਰੀਏ। ਠੀਕ ਜੀ, ਥੈਂਕ ਯੂ।